ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਰਾਜ ਸਿੰਘ ਤੂਰ ਜੀ ਦੀ, ਜਿਹੜੇ ਕਿ ਗ੍ਰੈਂਡਸਨ ਬਾਬਾ ਪੂਰਨ ਸਿੰਘ ਜੁਨੈਦਪੁਰ ਜੀ ਦੇ। 100 ਸਾਲ ਹੋ ਗਏ ਜਦੋਂ ਕਿ 23 ਜੁਲਾਈ ਨੂੰ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਗਿਆ ਸੀ। ਇਹ 100 ਸਾਲ ਦਾ ਜਿਹੜਾ ਸਫ਼ਰ ਹੈ, ਇਸ ਦੇ ਵਿੱਚ ਬਹੁਤ ਸਾਰਾ ਉਤਾਰ ਚੜਾਅ ਕਮਿਊਨਿਟੀ ਨੇ ਦੇਖਿਆ ਹੈ ਅਤੇ ਇਹ ਜੋ 100 ਸਾਲ ਦਾ ਸਫ਼ਰ ਹੈ, ਉਸ ਵਿੱਚ ਪਰਿਵਾਰ ਵਾਲੇ ਕੀ ਮਹਿਸੂਸ ਕਰਦੇ ਨੇ, ਕੀ ਜਸਟਿਸ ਮਿਲਿਆ, ਕੀ ਜੋ ਇਹ ਸੋਚਦੇ ਸੀ, ਜੋ ਕੁਝ ਚਾਹੁੰਦੇ ਸੀ, ਕੀ ਸਰਕਾਰਾਂ ਨੇ ਪੂਰਾ ਕੀਤਾ, ਆਪਣੀ ਕਮਿਊਨਿਟੀ ਵਿੱਚ ਇਸ ਮਸਲੇ ਦੇ ਉੱਤੇ ਕੀ ਕੁਝ ਹੋਇਆ। ਆਓ ਵਿਸਥਾਰ ਵਿੱਚ ਨਾਲ ਅੱਜ ਗੱਲਬਾਤ ਕਰਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਕਿ ਪਰਿਵਾਰ ਵਾਲੇ ਇਹ 100 ਸਾਲ ਤੋਂ ਬਾਅਦ ਕੀ ਮਹਿਸੂਸ ਕਰਦੇ ਨੇ। ਜੀ ਆਨੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਭ ਤੋਂ ਪਹਿਲਾਂ ਤਾਂ ਹਰਪ੍ਰੀਤ ਜੀ ਆਪ ਜੀ ਨੂੰ ਅਤੇ ਆਪਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ 100 ਸਾਲ ਦਾ ਜਿਹੜਾ ਸਫ਼ਰ ਹੈ ਜੀ, ਇਸ ਦੇ ਸੰਬੰਧ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਐਜ਼ ਗ੍ਰੈਂਡਸਨ ਬਾਬਾ ਪੂਰਨ ਸਿੰਘ ਜੀ ਦੇ, ਜਿਹਨਾਂ ਦਾ ਬਹੁਤ ਵੱਡਾ ਰੋਲ ਸੀ। ਜਿਹੜੀ ਅਸੀਂ ਤਸਵੀਰ ਵੀ ਦੇਖਦੇ ਹਾਂ, ਵੱਡੀ ਤਸਵੀਰ ਸਟੈਂਪ ਵੀ ਰਿਲੀਜ਼ ਹੋਈ, ਉਹਦੇ ਵਿੱਚ ਵੀ ਬਾਬਾ ਜੀ ਦੀ ਤਸਵੀਰ ਜਿਹੜੀ ਆਈ ਹੈਗੀ ਹੈ। ਸੋ ਪਰਿਵਾਰ ਵਾਲੇ ਕੀ ਗੱਲਾਂ ਬਾਤਾਂ ਚੱਲ ਰਹੀਆਂ ਨੇ 100 ਸਾਲਾਂ ਬਾਅਦ? ਦੇਖੋ, ਬਜ਼ੁਰਗ ਜਿਹੜੇ ਆਏ ਸੀਗੇ ਆਪਣੇ 100 ਸਾਲ ਪਹਿਲਾਂ ਇੱਕ ਬੈਟਰ ਲਾਈਫ ਲਈ ਆਏ ਸੀਗੇ। ਠੀਕ ਹੈ। ਅਤੇ ਉਹਦੇ 'ਚ 2 ਸਟੂਡੈਂਟ ਸੀਗੇ, ਬਾਬਾ ਪੂਰਨ ਸਿੰਘ ਜੁਨੈਦਪੁਰਾ ਮੇਰੇ ਗ੍ਰੈਂਡਫਾਦਰ, ਅਤੇ ਉਹਨਾਂ ਦੇ ਫਰੈਂਡ ਸੀਗੇ ਬਾਬਾ ਗੁਰਮਿਤ ਸਿੰਘ ਲਾਲ ਤੋਂ। ਉਹ ਹਾਇਰ ਐਜੂਕੇਸ਼ਨ ਲਈ ਆਏ ਸੀਗੇ। ਠੀਕ ਹੈ। ਅਤੇ ਉਸ ਟਾਈਮ ਜਿਹੜਾ ਮਾਹੌਲ ਇਹੋ ਜਿਹਾ ਸਰਕਾਰ ਵੱਲੋਂ ਬਣਾ ਦਿੱਤਾ ਗਿਆ ਸੀਗਾ ਕਿ ਈਵਨ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਵੀ ਉੱਦਾਂ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਜੀ। ਅਤੇ ਕੁਛ ਦਾ ਜਿਹੜਾ ਹੈਗਾ ਮੀਡੀਆ ਨੇ ਵੀ ਆਪਦਾ ਰੋਲ ਅਦਾ ਕੀਤਾ, ਜਿਵੇਂ ਬੈਂਕੂਵਰ ਸਨ ਰੇਸਿਸਟ ਕਾਮੈਂਟਸ ਕਰ ਰਿਹਾ ਸੀ ਉਸ ਟਾਈਮ। ਬਾਕੀ ਕੁਛ ਬੈਂਕੂਵਰ ਦੇ ਮੇਅਰ ਆ, ਉਹ ਵੀ ਰੇਸਿਸਟ ਕਾਮੈਂਟਸ ਕਰ ਰਹੇ ਸੀਗੇ, ਅਤੇ ਕੁਛ ਪੋਲੀਟੀਸ਼ੀਅਨ ਸੀਗੇ ਅਤੇ MP ਸੀਗੇ ਜਿਹੜੇ ਕਿ ਉਹ ਰੇਸਿਸਟ ਕਾਮੈਂਟਸ ਕਰ ਰਹੇ ਸੀ। ਇੱਕ ਜਿਹੜਾ ਰੇਸਿਜ਼ਮ ਵਾਲਾ ਮਾਹੌਲ ਉਹਨਾਂ ਨੇ ਕ੍ਰੀਏਟ ਕਰ ਦਿੱਤਾ ਗਿਆ ਸੀਗਾ। ਅਤੇ ਇਸੇ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਬਜ਼ੁਰਗ ਦੱਸਿਆ ਕਰਦੇ ਸੀ, ਨਾ ਤਾਂ ਖਾਣ ਨੂੰ, ਨਾ ਕੋਈ ਪੀਣ ਨੂੰ, ਨਾ ਕੋਈ ਮੈਡੀਕੇਸ਼ਨ ਦਿੱਤੀ ਗਈ ਸੀ। ਉਹ ਬੱਚੇ ਵੀ ਉਹਦੇ ਵਿੱਚ ਸੀਗੇ, ਔਰਤਾਂ ਵੀ ਸੀਗੀਆਂ ਉਹਦੇ ਵਿੱਚ, ਅਤੇ ਕਿਸੇ ਨੂੰ ਖਾਣ ਦੀ, ਪੀਣ ਦੀ ਜਾਂ ਮੈਡੀਕੇਸ਼ਨ ਪ੍ਰੋਵਾਈਡ ਨਹੀਂ ਸੀ ਕੀਤੀ ਗਈ ਸਰਕਾਰ ਵੱਲੋਂ। ਜੀ। ਅਤੇ ਕਾਫੀ ਉਹਨਾਂ ਦਾ ਜਿਹੜਾ ਰਵੱਈਆ ਸਰਕਾਰ ਦਾ ਬਹੁਤ ਸਖਤ ਸੀਗਾ, ਅਤੇ ਲੋਕਲੀ ਸਿੱਖ ਕਮਿਊਨਿਟੀ ਜਿਹੜੀ ਸੀਗੀ ਉਹੀ ਉਹਨਾਂ ਨੂੰ ਜਿਹੜੀ ਪ੍ਰੋਵਾਈਡ ਕਰਦੀ ਸੀ ਫੂਡ, ਵਾਟਰ ਅਤੇ ਮੈਡੀਕੇਸ਼ਨ। ਠੀਕ ਹੈ। ਅਤੇ ਪਰ ਉਹ ਵੀ ਇਨਫ ਨਹੀਂ ਸੀ ਉਹ ਕਰ ਸਕਦੀ, ਕਿਉਂਕਿ ਸਰਕਾਰ ਦੀ ਰਿਸਟ੍ਰਿਕਸ਼ਨ ਸੀਗੀ। ਕਈ ਵਾਰੀ ਤਾਂ ਉਹਨਾਂ ਨੂੰ 24 ਘੰਟੇ ਭੁੱਖੇ ਰਹਿਣਾ ਪੈ ਜਾਂਦਾ ਸੀਗਾ, ਅਤੇ ਕਈ ਦਿਨ ਭੁੱਖੇ ਰਹਿਣਾ ਪੈ ਜਾਂਦਾ ਸੀ ਬਿਨਾਂ ਜਿਹੜਾ ਪਾਣੀ ਤੋਂ ਅਤੇ ਬਿਨਾਂ ਰੋਟੀ ਤੋਂ। ਅਤੇ ਕਾਫੀ ਜਿਹੜਾ ਕੰਡੀਸ਼ਨ ਜਿਹੜੀ ਸੀਗੀ ਦੱਸਦੇ ਸੀਗੇ ਕਿ ਬਹੁਤ ਬੈਡ ਸੀਗੀ, ਜਿਹੜੇ ਪੈਸੇਂਜਰ ਸਿੱਖ ਹੋ ਰਹੇ ਸੀਗੇ, ਅਤੇ ਸਰਕਾਰਾਂ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਹੈਲਪ ਨਹੀਂ ਸੀ ਦਿੱਤੀ ਜਾ ਰਹੀ। ਅਤੇ ਉਸ ਤੋਂ ਮਗਰੋਂ ਜਦੋਂ 2 ਮਹੀਨੇ ਮਗਰੋਂ ਅਤੇ ਸਰਕਾਰ ਨੇ ਜਿਹੜੇ ਹੈਗਾ ਵਾ ਇੱਕ ਫੋਰਸਫੁਲੀ ਇੱਕ ਜਿਹੜਾ ਮਿਲਟਰੀ ਦਾ ਸਟੈਪ ਲੈ ਕੇ ਆਂਦਾ ਵਾ, ਫੋਰਸਫੁਲੀ ਜਿਹੜਾ ਕਾਮਾਗਾਟਾ ਮਾਰੂ ਨੂੰ ਵਾਪਸ ਭੇਜਿਆ ਗਿਆ, ਅਤੇ ਬਾਇਆ ਡਿਸਕ੍ਰਿਮੀਨੇਟਰੀ ਲਾ ਜਿਹੜਾ ਸੀਗਾ ਕਿ ਕੰਟੀਨਿਊ ਜਰਨੀ ਸੀਗਾ, ਉਸ ਲਾਅ ਦੇ ਅਧੀਨ ਵਾਪਸ ਘੱਲਿਆ ਗਿਆ, ਅਤੇ ਜੋ ਕਿ ਇਹਨਾਂ 'ਤੇ ਉਹ ਲਾਗੂ ਹੁੰਦਾ ਨਹੀਂ ਸੀਗਾ। ਅਤੇ ਕਿਉਂਕਿ ਇਹ ਤਾਂ ਹੁਣ ਬ੍ਰਿਟਿਸ਼ ਸਬਜੈਕਟ ਸੀਗੇ, ਬ੍ਰਿਟਿਸ਼ ਪਾਸਪੋਰਟ ਸੀ ਇਹਨਾਂ ਦੇ ਕੋਲ, ਅਤੇ ਉੱਥੇ ਇਹ ਗੱਲ ਕਹੀ ਜਾਂਦੀ ਸੀਗੀ ਵੀ ਤੁਸੀਂ ਬ੍ਰਿਟਿਸ਼ ਸਬਜੈਕਟ ਹੈਗਾ, ਕਿਤੇ ਵੀ ਆ ਜਾ ਸਕਦੇ ਹੈਗੇ ਆ। ਇਸੇ ਕਰਕੇ ਉਹ ਇੱਥੇ ਆਏ ਸੀਗੇ ਵੀ ਅਸੀਂ ਤਾਂ ਬ੍ਰਿਟਿਸ਼ ਸਬਜੈਕਟ ਹੈਗੇ ਆ, ਵੀ ਸਰਕਾਰ ਕਹਿੰਦੀ ਹੈ ਅਸੀਂ ਕਿਤੇ ਵੀ ਆ ਜਾ ਸਕਦੇ ਹੈਗੇ ਆ, ਅਤੇ ਵੀ ਸਾਡੇ 'ਤੇ ਜਿਹੜੀ ਪਾਬੰਦੀ ਨਹੀਂ ਲੱਗਣੀ ਚਾਹੀਦੀ। ਪਰ ਉਸ ਲਾਅ ਦੇ ਅਧੀਨ ਇਹਨਾਂ ਨੇ ਵਾਪਸ ਘੱਲਿਆ। ਉੱਥੇ ਜਦੋਂ ਗਏ ਨੇ ਅਤੇ ਜਿਹੜੇ ਬ੍ਰਿਟਿਸ਼ ਜਿਹੜੀ ਸਰਕਾਰ ਰਾਜ ਕਰਦੀ ਸੀ ਉੱਥੇ ਵੀ, ਅਤੇ ਉਹਨਾਂ ਨੇ ਫਿਰ ਇਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ, ਅਤੇ ਜਿਨ੍ਹਾਂ 'ਚੋਂ 20 ਸ਼ਹੀਦ ਕਰ ਦਿੱਤੇ ਗਏ ਮੌਕੇ 'ਤੇ ਹੀ, ਅਤੇ ਬਾਕੀਆਂ ਨੂੰ ਉਹਨਾਂ ਨੇ ਕਈ ਇੰਜਰਡ ਵੀ ਹੋਏ ਆ। ਫਿਰ ਉਸ ਤੋਂ ਮਗਰੋਂ ਜਿਹੜੇ ਬਾਕੀ ਜਿਹੜੇ ਸੀਗੇ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਗਿਆ, ਕਈ ਸਾਲ ਜੇਲ੍ਹਾਂ 'ਚ ਰੱਖਿਆ ਗਿਆ। 4-5 ਸਾਲ ਦੀ ਜਿਹੜੀ ਕੈਦ ਹੈਗੀ ਆ ਉਹ ਜੇਲ੍ਹ, ਉਹ ਮੇਰੇ ਗ੍ਰੈਂਡਫਾਦਰ ਨੇ ਕੱਟੀ ਹੈਗੀ ਆ। ਉਹ ਦੱਸਦੇ ਸੀਗੇ ਉਸ ਤੋਂ ਮਗਰੋਂ ਵੀ ਜਦੋਂ ਰਿਲੀਜ਼ ਕੀਤਾ ਗਿਆ ਤਾਂ ਉਹਨਾਂ 'ਤੇ ਰਿਸਟ੍ਰਿਕਸ਼ਨਸ ਲਾ ਦਿੱਤੀ ਗਈ, ਉਹਨਾਂ 'ਤੇ ਵੀ, ਅਤੇ ਹੋਰਾਂ ਜਿਹੜੇ ਪੈਸੇਂਜਰਸ 'ਤੇ ਵੀ ਜਿੰਨੇ ਸੀਗੇ ਮੋਸਟਲੀ ਉਹਨਾਂ ਕਹਿ ਦਿੱਤਾ ਸੀ ਵੀ ਤੁਸੀਂ ਆਪਦੇ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ, ਜੂਬੰਦੀ ਕਹਿੰਦੇ ਸੀ ਉਹਨੂੰ, ਕਿ ਤੁਸੀਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ। ਅਤੇ ਉਸ ਤੋਂ ਮਗਰੋਂ ਫਿਰ ਇਹ ਪ੍ਰੋਟੈਸਟ ਦੇ ਲਈ ਇਹਨਾਂ ਨੇ ਸੋਚਿਆ ਵੀ ਇਹ ਸਾਰਾ ਕੁਛ ਤਾਂ ਹੋ ਰਿਹਾ ਹੈਗਾ ਵਾ ਕਿਉਂਕਿ ਜਿਹੜਾ ਸਾਡਾ ਜਿਹੜਾ ਭਾਰਤ ਦੇਸ਼ ਜਿਹੜਾ ਹੈਗਾ ਗੁਲਾਮ ਹੈਗਾ ਵਾ, ਅਤੇ ਜੇ ਚਲੋ ਐਂ ਕਰੀਏ ਵੀ ਹੁਣ ਬਾਕੀ ਕੰਮ ਮਗਰੋਂ ਕਰਾਂਗੇ, ਸਾਰੇ ਪਹਿਲਾਂ ਦੇਸ਼ ਨੂੰ ਯਾਦ ਕਰਾਈਏ। ਠੀਕ ਹੈ। ਸੋ ਜ਼ਿਆਦਾਤਰ ਜਿਹੜੇ ਪੈਸੇਂਜਰ ਸੀਗੇ ਇਨਕਲੂਡਿੰਗ ਮਾਈ ਗ੍ਰੈਂਡਫਾਦਰ, ਉਹ ਫਰੀਡਮ ਮੂਵਮੈਂਟ ਚਲੇ ਗਏ ਸੀਗੇ। ਇਹ ਕਾਫੀ ਲੰਬੀ ਇਹ ਲੜਾਈ ਲੜੀ ਗਈ ਸੀਗੀ, ਤਾਂ ਜਾ ਕੇ ਆਪਣਾ ਜਿਹੜਾ ਹਿੰਦੁਸਤਾਨ 1947 ਵਿੱਚ ਆਜ਼ਾਦ ਹੋਇਆ। ਕਿ ਕਾਮਾਗਾਟਾ ਮਾਰੂ ਕਿਸੇ ਨੇ ਲਿਖਿਆ ਹੈਗਾ ਵਾ ਬੁੱਕ ਵਿੱਚ, ਕਾਮਾਗਾਟਾ ਮਾਰੂ ਇੱਕ ਟਰਨਿੰਗ ਪੁਆਇੰਟ ਸੀਗਾ
ਠੀਕ ਹੈ। ਇੰਡੀਆ ਦੀ ਫਰੀडम ਮੂਵਮੈਂਟ ਵਿੱਚ। ਉਦੋਂ ਉਸ ਤੋਂ ਪਹਿਲਾਂ ਮੂਵਮੈਂਟ ਚੱਲਦੀ ਸੀ, ਪਰ ਉਨੀ ਪੱਧਰ ਤੇ ਹੈ ਨਹੀਂ ਸੀਗੀ। ਪਰ ਇਹਦੇ ਜਾਣ ਕਰਕੇ ਲੋਕਾਂ 'ਚ ਗੁੱਸਾ ਆਇਆ ਵੀ ਇਹ ਕਿਉਂ ਹੋਇਆ, ਵੀ ਇੱਥੇ ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਤੇ ਜਿਹੜੀ ਮੂਵਮੈਂਟ ਜਿਹੜੀ ਸਮਾਲ ਸਕੇਲ ਤੇ ਸੀਗੀ, ਉਹ ਤਾਂ ਲਾਰਜ ਸਕੇਲ ਤੇ ਚਲੀ ਗਈ ਸੀਗੀ। ਸੋ ਇਸ ਕੋਮਾਗਾਟਾ ਮਾਰੂ ਵਾਜ ਦੀ ਟਰਨਿੰਗ ਪੁਆਇੰਟ ਇਨ ਦੀ ਇੰਡੀਆ ਫਰੀडम ਮੂਵਮੈਂਟ। ਤੇ ਜਦੋਂ ਦੇਸ਼ ਆਜ਼ਾਦ ਹੋਣ ਤੋਂ ਮਗਰੋਂ 1962 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਮੇਰੇ ਗ੍ਰੈਂਡਫਾਦਰ ਨੂੰ ਹੋਰ ਵੀ ਜਿਹੜੇ ਆਜ਼ਾਦੀ ਦੇ ਘੁਲਾਟੀਏ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਸੱਦਿਆ ਗਿਆ ਤੇ ਇੱਕ ਪ੍ਰਮਾਣ ਪੱਤਰ ਦਿੱਤਾ ਗਿਆ ਤੇ ਜੋ ਕਿ ਚ ਲਿਖਿਆ ਸੀਗਾ ਵੀ ਜਿਹੜੇ ਹੈਗੇ ਆ ਵੀ ਜੋ ਥੋੜ੍ਹੀਆਂ ਜੋ ਸੇਵਾਵਾਂ ਸੀ ਦਿੱਤੀਆਂ ਨੇ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਅਸੀਂ ਤੁਹਾਨੂੰ ਇਹ ਸਨਮਾਨ ਪੱਤਰ ਦਿੰਦੇ ਹਾਂ। ਤੇ ਇੱਕ ਬੜੀ ਮਾਣ ਵਾਲੀ ਗੱਲ ਸੀ ਬਜ਼ੁਰਗਾਂ ਲਈ। ਤੇ ਉਸ ਤੋਂ 1968 ਦੇ ਵਿੱਚ ਮੇਰੇ ਅੰਕਲ ਡਾਕਟਰ ਹੈਗੇ ਨੇ ਟੋਰਾਂਟੋ 'ਚ, ਤੇ ਉਹਨਾਂ ਨੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਉਦੋਂ, ਕਿਉਂਕਿ ਜਿਹੜੀ ਇਮੀਗ੍ਰੇਸ਼ਨ ਖੁੱਲ੍ਹ ਚੁੱਕੀ ਸੀਗੀ ਤੇ ਐਜ ਏ ਇਮੀਗ੍ਰੈਂਟ ਹੇਅਰ, ਤੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀਗਾ। ਉਹ ਕਹਿੰਦਾ ਸੀਗਾ ਵੀ ਮੇਰੀਆਂ ਜਿਹੜੀਆਂ ਪੇਨਫੁਲ ਜਿਹੜੀਆਂ ਮੈਮਰੀਜ਼ ਹੈਗੀਆਂ ਨੇ, ਬਿਟਰ ਮੈਮਰੀ ਹੈਗੀਆਂ ਨੇ, ਵੀ ਮੈਂ ਉੱਥੇ ਨਹੀਂ ਜਾਣਾ ਹੈਗਾ। ਪਰ ਰਾਹ ਅਸੀਂ ਖੋਲ੍ਹ ਆਏ ਹਾਂ ਕਿ ਸਾਡਾ ਭਾਰਤੀ ਭਾਈਚਾਰਾ ਇੱਕ ਦਿਨ ਉੱਥੇ ਜਾਏਗਾ ਤੇ ਰਾਜ ਕਰੇਗਾ। ਇਹੀ ਗੱਲ ਕਰਦੇ ਵੀ ਰਾਜ ਕਰੇਗਾ ਤੇ ਵਧੀਆ ਢੰਗ ਨਾਲ ਆਪਦੀ ਪੀਸਫੁਲੀ ਤੇ ਸਕਸੈਸਫੁਲੀ ਜਿਹੜੀ ਜ਼ਿੰਦਗੀ ਜਿਉਣਗੇ, ਜੋ ਕਿ ਅੱਜ ਆਪਾਂ ਦੇਖਦੇ ਹਾਂ ਬਜ਼ੁਰਗਾਂ ਦੇ ਬੋਲ ਵਾਕਈ ਸੱਚ ਹੋਏ ਨੇ। ਤੇ ਸਾਡੇ ਐਮਪੀਸ ਹੈਗੇ ਨੇ, ਸਾਡੇ ਐਮਐਲਏ ਹੈਗੇ ਨੇ, ਸਾਡੇ ਮਿਨਿਸਟਰ ਹੈਗੇ ਨੇ। ਹਰ ਇੱਕ ਜਿਹੜਾ ਹੈਗਾ ਫੀਲਡ ਹੈਗਾ ਵਾ ਜਿਹਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਬਹੁਤ ਜ਼ਿਆਦਾ ਤਰੱਕੀਆਂ ਕਰ ਰਹੀ ਹੈਗੀ ਆ, ਚਾਹੇ ਉਹ ਬਿਜ਼ਨਸ ਲੈ ਲਓ, ਫਾਰਮਿੰਗ ਲੈ ਲਓ, ਤੇ ਇਹ ਸਭ ਉਹਨਾਂ ਬਜ਼ੁਰਗਾਂ ਦੀ ਦੇਣ ਹੈਗੀ ਆ। ਹਾਂਜੀ। ਸੋ ਤੁਹਾਡਾ ਪਰਸਨਲੀ ਤੁਸੀਂ ਬਾਬਾ ਜੀ ਨੂੰ ਮਿਲੇ ਹੋ ਜੀ? ਹਾਂਜੀ, ਮੈਂ ਉਹ ਕਿੰਨੀ ਕੁ ਮੈਮਰੀ, ਕਿੰਨੀ ਉਮਰ ਸੀ ਤੁਹਾਡੀ ਉਸ? ਮੇਰੀ ਉਸ ਟਾਈਮ 7-8 ਸਾਲ ਦੀ ਮੇਰੀ ਵਿਵਿਡ ਮੈਮਰੀਜ਼ ਹੈਗੀਆਂ ਨੇ, ਇਹ ਗੱਲਾਂ ਉਹਨਾਂ ਨਾਲ ਹੋਇਆ ਕਰਦੀਆਂ? ਹਾਂਜੀ ਹਾਂਜੀ, ਇਹ ਸਾਰੀਆਂ ਗੱਲਾਂ ਸਾਨੂੰ ਦੱਸਿਆ ਕਰਦੇ ਸੀ, ਕਿਸ ਤਰ੍ਹਾਂ ਉਹ ਇੱਥੇ ਆਏ, ਕਿਸ ਤਰ੍ਹਾਂ ਗੌਰਮੈਂਟ ਨੇ ਉਹਨਾਂ ਨੂੰ ਬੈਡ ਟਰੀਟ ਕੀਤਾ ਇੱਥੇ, ਫਿਰ ਕਿਸ ਤਰ੍ਹਾਂ ਉੱਥੇ ਜਾ ਕੇ ਸ਼ਹੀਦ ਕੀਤਾ ਗਿਆ ਆਪਣੇ ਜਿਹੜੇ ਪੈਸੇਂਜਰਸ ਨੂੰ, ਕਿਸ ਤਰ੍ਹਾਂ ਉਹਨਾਂ ਨੇ ਜੇਲ੍ਹਾਂ ਕੱਟੀਆਂ, ਫਿਰ ਕਿਸ ਤਰ੍ਹਾਂ ਫਰੀडम ਮੂਵਮੈਂਟਸ ਗਏ, ਸਾਰੀਆਂ ਉਹ ਜਿਹੜੀਆਂ ਗੱਲਾਂ ਬਾਤਾਂ ਉਹ ਦੱਸਦੇ ਹੁੰਦੇ ਸੀਗੇ। ਹਾਂਜੀ, ਉਹਨਾਂ ਦੀ ਜਦੋਜਹਿਦ ਦੇ ਬਦੌਲਤ ਅੱਜ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਸੀਂ ਸੈਟਅਪ ਹੈਗੇ ਹਾਂ, ਜੋ ਕੁਝ ਉਹਨਾਂ ਨੇ ਕੀਤਾ, ਹੁਣ ਐਜ਼ ਫੈਮਿਲੀ ਆਫ ਦੋਜ਼ ਡਿਸੈਂਡੈਂਟਸ, ਉਹ ਜਿਹੜੇ ਪਰਿਵਾਰਾਂ ਦੇ ਤੁਸੀਂ ਮੈਂਬਰਸ ਹੈਗੇ ਹੋ, ਇਹ 100 ਸਾਲ ਦਾ ਸਫ਼ਰ ਇਤਿਹਾਸ ਸਾਨੂੰ ਜਾਣੂ ਹੈਗਾ, ਪਰ ਫਿਰ ਵੀ ਇਹ ਇਤਿਹਾਸ ਸਾਰਿਆਂ ਨੂੰ ਨਹੀਂ ਜਾਣੂ ਹੈਗਾ। ਆਪਣੀ ਕਮਿਊਨਿਟੀ 'ਚ ਵੀ ਖਾਸ ਤੌਰ 'ਤੇ ਆਪਣੀ ਨਵੀਂ ਪਨੀਰੀ ਜਿਹੜੀ ਉਹਨਾਂ ਨੂੰ ਇਸ ਦੇ ਬਾਰੇ ਬਹੁਤਾ ਨਹੀਂ ਪਤਾ ਹੈਗਾ। ਤੁਸੀਂ ਇਹ ਜੋ ਕੁਝ ਹੋਇਆ ਪਿਛਲੇ ਸਮੇਂ ਵਿੱਚ, ਬਹੁਤ ਸਾਰੀਆਂ ਸੰਸਥਾਵਾਂ ਵੀ ਬਣੀਆਂ, ਖਾਸ ਤੌਰ ਦੇ ਉੱਤੇ ਜਦੋਂ ਇਹ ਅਨਾਊਂਸਮੈਂਟ ਹੋਈ ਸੀ ਕਿ ਕੁਛ ਨਾ ਕੁਛ ਕੰਪਨਸੇਸ਼ਨ ਵਗੈਰਾ ਮਿਲਣੀ ਹੈਗੀ ਹੈ, ਅਤੇ ਤੁਸੀਂ ਬਹੁਤ ਸਾਰੀਆਂ ਸੰਸਥਾਵਾਂ ਆ ਗਈਆਂ ਸੀ। ਇਤਿਹਾਸ ਦੇ ਨਾਲ ਜੋ ਪੰਨਿਆਂ ਦੇ ਵਿੱਚ ਲਿਖਿਆ ਗਿਆ, ਅੰਕਿਤ ਹੈਗਾ, ਜੋ ਉਹਨਾਂ ਦੀ ਦੇਣ ਹੈ, ਉਸ ਦੇ ਉੱਤੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ। ਲੇਕਿਨ ਦੂਸਰੇ ਪਾਸੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਜੋ ਕੁਝ ਚੱਲਿਆ, ਇਸ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਕਿ ਐਜ਼ ਅ ਪਰਿਵਾਰ ਮੈਂਬਰ ਤੁਸੀਂ ਕੀ ਫੀਲ ਕਰਦੇ ਹੋ, ਕੀ ਕੁਝ ਹੋਇਆ, ਕਿਸ ਤਰੀਕੇ ਨਾਲ ਕਰਵਟਾਂ ਬਦਲੀਆਂ? ਪਹਿਲਾਂ ਕੋਈ ਨਾਂ ਨਹੀਂ ਸ਼ਾਇਦ ਲੈਣਾ ਚਾਹੁੰਦਾ ਸੀ, ਲੇਕਿਨ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ, ਇਹ ਥੋੜ੍ਹਾ ਜਿਹਾ ਮੀਡੀਆ 'ਚ ਲਾਈਮਲਾਈਟ ਆਇਆ, ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਆ ਗਈਆਂ। ਕੀ ਰੋਲ ਰਿਹਾ ਉਹਨਾਂ ਦਾ, ਕੀ ਠੀਕ ਸੀ, ਕੀ ਗਲਤ ਸੀ, ਇਸ ਬਾਰੇ ਕੁਝ ਜ਼ਿਕਰ ਕਰਨੇ ਇਸ ਛੋਟੀ ਬ੍ਰੇਕ ਤੋਂ ਬਾਅਦ। ਕਾਰ ਐਕਸੀਡੈਂਟ ਵਿੱਚ ਲੱਗੀਆਂ ਸੱਟਾਂ ਤਾਂ ਜ਼ਿੰਦਗੀ ਤਬਾਹ ਕਰ ਸਕਦੀਆਂ। ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਸਮਝਦੇ ਆ ਕਿ ਬਗੈਰ ਕਿਸੇ ਵਕੀਲ ਤੋਂ ਘਰ ਦੇ ਖਰਚੇ ਵੀ ਸੰਭਾਲ ਲਓਗੇ, ਸੱਟਾਂ ਦਾ ਇਲਾਜ ਵੀ ਕਰਾ ਲਓਗੇ ਤੇ ICBC ਤੋਂ ਆਪਣੇ ਹੱਕ ਦੇ ਪੈਸੇ ਵੀ ਲੈ ਲਓਗੇ। ਮੇਰੀ ਗੱਲ ਸੁਣੋ, ਕਾਰ ਐਕਸੀਡੈਂਟ ਤੋਂ ਬਾਅਦ ਕਈ ਸਵਾਲ ਉੱਠਦੇ ਆ, ਉਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ? ਧਾਮੀ ਨਾਰੰਗ ਐਂਡ ਕੰਪਨੀ। ਅੱਜ ਹੀ ਫੋਨ ਕਰੋ 604-864-6131। ਬਾਬਾ ਪੂਰਨ ਸਿੰਘ ਜੁਨੈਦਪੁਰ ਦੇ ਗ੍ਰੈਂਡਸਨ ਰਾਜ ਸਿੰਘ ਤੂਰ ਅੱਜ ਸਾਡੇ ਕੋਲ ਸਟੂਡੀਓ ਦੇ ਵਿੱਚ ਸਾਂਝ ਪਾ ਰਹੇ ਨੇ। ਇਤਿਹਾਸਕ ਪੰਨਿਆਂ ਨਾਲ ਇਹਨਾਂ ਨੇ ਸਾਨੂੰ ਜੋੜਿਆ ਬ੍ਰੇਕ ਤੋਂ ਪਹਿਲਾਂ। ਆਓ ਹੁਣ ਕੁਝ ਜੋ ਇਸ ਸਮੇਂ ਵਿੱਚ ਜੋ ਕੁਝ ਹੋਇਆ ਉਸ ਤੋਂ ਵੀ ਤੁਹਾਨੂੰ ਜਾਣੂ ਕਰਾਣੇ ਕਿ ਪਰਿਵਾਰ ਵਾਲੇ ਕੀ ਮਹਿਸੂਸ ਕਰਦੇ ਨੇ। ਜੀ ਰਾਜ ਜੀ, ਸੋ ਕੀ ਹੋਇਆ, ਕੀ ਇਹ ਕਿਸ ਤਰੀਕੇ ਨਾਲ, ਜਿਸ ਤਰੀਕੇ ਨਾਲ ਇਸ ਨੂੰ ਡੀਲ ਕੀਤਾ ਗਿਆ, ਉਹਦੇ ਮੁਤਲਕ ਤੁਹਾਡੇ ਕੀ ਵਿਚਾਰ ਨੇ? ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਪਹਿਲਾਂ ਤਾਂ ਵਾਲੀ ਅਵੇਅਰਨੈਸ ਹੈ ਨਹੀਂ ਸੀਗੀ, ਅਤੇ ਹੁਣ ਕਾਫੀ ਮੀਡੀਆ ਅਵੇਅਰਨੈਸ ਹੋਈ ਹੈਗੀ ਆ। ਅਤੇ ਬਾਕੀ ਜਦੋਂ ਸਰਕਾਰ ਨੇ ਜਦੋਂ ਮਾਫੀ ਮੰਗਣ ਦੀ ਗੱਲ ਆਪਣੇ ਕੀਤੀ ਹੈਗੀ ਆ, ਉਦੋਂ ਮੀਡੀਆ ਨੇ ਜ਼ਿਆਦਾ ਹਾਈਲਾਈਟ ਕੀਤਾ ਹੈਗਾ ਇਸ ਗੱਲ ਨੂੰ। ਅਤੇ ਆਫਕੋਰਸ ਕੰਪਨਸੇਸ਼ਨ ਦੀ ਵੀ ਉਦੋਂ ਉਹ ਗੱਲ ਕਰ ਰਹੇ ਸੀਗੇ, ਅਤੇ ਉਹਦੇ ਵਿੱਚ ਕਈ ਸੰਸਥਾਵਾਂ ਆ ਗਈਆਂ, ਇਸ 'ਚ ਕੋਈ ਦੋ ਵਾਰ ਰਿਹਾ ਨਹੀਂ ਹੈਗੀਆਂ।
ਤੇ ਕਈਆਂ ਨੂੰ ਸੀਗਾ ਵੀ ਅਸੀਂ ਕੰਪਨਸੇਸ਼ਨ ਲੈ ਲਈਏ, ਤੇ ਕਈ ਕੋਈ ਆਪਦਾ ਪੋਲੀਟੀਕਲ ਲਾਹਾ ਵੀ ਲੈਣਾ ਚਾਹੁੰਦੇ ਸਨ। ਤੇ ਇਸ ਕਰਕੇ ਜਿਹੜੇ ਪਰਿਵਾਰ ਹੈਗੇ ਆ ਤੇ ਪਰਿਵਾਰਾਂ ਨੇ ਕਦੇ ਵੀ ਕੰਪਨਸੇਸ਼ਨ ਦੀ ਗੱਲ ਨਹੀਂ ਕੀਤੀ, ਕਿਉਂਕਿ ਪਰਿਵਾਰ ਤਾਂ ਹੁਣ ਅਸੀਂ ਤਾਂ ਉਹਨਾਂ ਬਜ਼ੁਰਗਾਂ ਦੇ ਵਿੱਚੋਂ ਹੈਗੇ ਆ ਹੁਣ ਜਿਨ੍ਹਾਂ ਨੇ ਆਪਦਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਅਸੀਂ ਤਾਂ ਕੰਪਨਸੇਸ਼ਨ ਲੈ ਨਹੀਂ ਸਕਦੇ, ਕਦੇ ਸੋਚ ਵੀ ਨਹੀਂ ਸਕਦੇ ਕੰਪਨਸੇਸ਼ਨ ਬਾਰੇ। ਤੇ ਅਸੀਂ ਤਾਂ ਹਮੇਸ਼ਾ ਹੀ ਇਹ ਗੱਲ ਕਦੇ ਜਦੋਂ ਮੀਡੀਆ ਤੇ ਸਰਕਾਰਾਂ ਨੇ ਵੀ ਅਸੀਂ ਕਹਿ ਦਿੱਤਾ ਸੀਗਾ ਵੀ ਅਸੀਂ ਕੰਪਨਸੇਸ਼ਨ ਬਿਲਕੁਲ ਨਹੀਂ ਚਾਹੀਦੀ, ਨਾ ਹੀ ਤੁਸੀਂ ਕਿਸੇ ਨੂੰ ਦਵੋ, ਕੋਈ ਕਿਸੇ ਪ੍ਰਕਾਰ ਦਾ ਕੋਈ ਪੈਸਾ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਹੈਗੀ। ਤੇ ਕੇਵਲ ਤੁਸੀਂ ਅਪੋਲੋਜਾਈਜ਼ ਕਰੋ ਤੇ ਬਸ ਇਹਨਾਂ ਨੇ ਇਹੀ ਸਾਨੂੰ ਇੱਜ਼ਤਮਾਨ ਚਾਹੀਦਾ ਹੈਗਾ, ਕਮਿਊਨਿਟੀ ਨੂੰ ਹੀ ਇੱਜ਼ਤਮਾਨ ਚਾਹੀਦਾ ਹੈਗਾ ਵਾ। ਤੇ ਉਸ ਵੱਲੋਂ ਜਿਹੜੀ BC ਦੀ ਸਰਕਾਰ ਹੈਗੀ ਆ ਤੇ ਉਹਨਾਂ ਨੇ ਜਿਹੜੀ ਹੈਗੀ ਆ ਮਾਫੀ ਜਿਹੜੀ ਹੈਗੀ ਆ ਮੰਗੀ ਹੈਗੀ ਆ BC ਲੈਜਿਸਲੇਚਰ ਬਿਲਡਿੰਗ ਵਿੱਚ, ਤੇ ਸਾਰੀ ਕਮਿਊਨਿਟੀ ਗਈ ਹੈਗੀ ਆ ਉੱਥੇ। ਮੈਂ ਖੁਦ ਉਸ ਵਿੱਚ ਮੌਜੂਦ ਸੀਗਾ ਤੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਦਾ। ਤੇ ਫੈਡਰਲ ਗਵਰਨਮੈਂਟ ਨੇ ਵੀ ਜਿਹੜਾ ਅਨਾਉਂਸ ਕੀਤਾ ਸੀ ਜਿਹੜੀ ਮਾਫੀ ਹੈ ਪਾਰਲੀਮੈਂਟ ਵਿੱਚ ਮੰਗੀ ਜਾਏਗੀ। ਤੇ ਉਸ ਤੋਂ ਮਗਰੋਂ ਹੁਣ ਕੀ ਹੋਇਆ ਕੀ ਨਹੀਂ ਹੋਇਆ, ਅਸੀਂ ਵੇਟ ਕਰਦੇ ਸੀਗੇ ਵੀ ਹੁਣ ਸਰਕਾਰ ਅਨਾਉਂਸ ਕਰੂਗੀ ਵੀ ਚਲੋ ਵੀ ਹੁਣ ਇਸ ਤਰੀਕ ਨੂੰ ਅਸੀਂ ਮਾਫੀ ਜਿਹੜੀ ਹੈਗੀ ਆ ਮੰਗ ਰਹੇ ਹੈਗੇ ਆ ਵੀ ਤੁਸੀਂ ਸਾਰੇ ਜਣੇ ਆਵੋ, ਜਿਵੇਂ ਬਾਕੀ ਭਾਈਚਾਰੇ ਤੋਂ ਮਾਫੀ ਮੰਗੀ ਹੈਗੀ ਆ। ਪਰ ਉਸ ਤੋਂ ਮਗਰੋਂ ਹੁਣ ਕੀ ਹੋਇਆ, ਸਰਕਾਰ ਨੇ ਜਿਹੜੀ ਮਾਫੀ ਮੰਗ ਤਾਂ ਲਈ ਹੈਗੀ ਆ, ਪਰ ਉਹ ਮਾਫੀ ਜਿਹੜੀ ਪਾਰਲੀਮੈਂਟ 'ਚ ਮੰਗੀ ਜਾਣੀ ਸੀ ਉਹ ਇੱਕ ਮੇਲੇ 'ਚ ਮੰਗ ਲਈ ਗਈ ਸੀ। ਪਰ ਹੁਣ ਇਹੀ ਸਵਾਲ ਆਉਂਦਾ ਜੀ ਕਿ ਜਿਸ ਤਰੀਕੇ ਨਾਲ ਹੋਇਆ ਇਹ ਸਰਕਾਰ, ਬਾਕੀ ਵੀ ਪਹਿਲਾਂ ਜਿਹੜੀਆਂ ਸਰਕਾਰਾਂ ਹੈਗੀਆਂ ਸੀ, ਇਸ ਸਰਕਾਰ ਨੇ ਇੱਕ ਇਨੀਸ਼ੀਏਟਿਵ ਲਿਆ ਤੇ ਕਿਹਾ ਹਾਂ ਅਸੀਂ ਮਾਫੀ ਮੰਗਾਂਗੇ, ਕਿਉਂਕਿ ਪਹਿਲੀ ਸਰਕਾਰਾਂ ਨੇ ਤੇ ਇਹ ਵੀ ਨਹੀਂ ਕਬੂਲ ਕੀਤਾ ਸੀ ਕਿ ਹਾਰਪਰ ਸਰਕਾਰ ਨੇ ਸਟਰੋਂਗ ਸਟੈਂਡ ਲੈ ਕੇ ਅੱਗੇ ਕਿਹਾ ਅਸੀਂ ਅੱਗੇ ਆਉਂਦੇ ਹਾਂ। ਪਰ ਜਿਸ ਤਰੀਕੇ ਨਾਲ ਇਹ ਜੋ ਕੁਝ ਹੋਇਆ ਮੇਲੇ ਦੇ ਵਿੱਚ ਬੁਲਾਇਆ ਗਿਆ, ਆਫਟਰ ਆਲ ਆਪ ਤਾਂ ਪ੍ਰਧਾਨ ਮੰਤਰੀ ਜਾ ਨਹੀਂ ਸਕਦੇ ਸੀ, ਬੁਲਾਇਆ ਗਿਆ, ਇਹ ਸਭ ਕੁਝ ਹੋਇਆ ਇੱਕ ਤਰ੍ਹਾਂ ਦਾ ਇਨ ਕੋਰਟ ਜਿਹਨੂੰ ਅਸੀਂ ਤਮਾਸ਼ਾ ਕਹਿ ਲਈਏ ਕਿ ਪ੍ਰਧਾਨ ਮੰਤਰੀ ਦਾ ਇੱਕ ਅਹੁਦਾ ਹੁੰਦਾ ਹੈ, ਪ੍ਰਧਾਨ ਮੰਤਰੀ ਆ ਕੇ ਕੁਝ ਕਹਿ ਰਿਹਾ ਉਸ ਦਾ ਮਹਿਣਾ ਹੁੰਦਾ ਹੈਗਾ। ਤੇ ਜਿਸ ਤਰੀਕੇ ਨਾਲ ਉੱਥੇ ਜੋ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ, ਕੀ ਤੁਸੀਂ ਉੱਥੇ ਹੈਗੇ ਸੀ ਉਸ ਦਿਨ? ਮੈਂ ਉੱਥੇ ਸੀਗਾ, ਉੱਥੇ ਮੌਜੂਦ ਸੀਗਾ। ਸਾਨੂੰ ਤਾਂ ਇਹੀ ਪਤਾ ਸੀਗਾ ਵੀ ਜਿਹੜੀ ਇੱਥੇ ਸਿਰਫ ਤੇ ਸਿਰਫ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਵੀ ਟਾਈਮ ਲਾਈਨ ਦਿੱਤੀ ਜਾਏਗੀ ਤੇ ਵੀ ਹਾਂ ਵੀ ਇੰਨੀ ਤਰੀਕ ਨੂੰ ਜਿਹੜੀ ਮਾਫੀ ਉੱਥੇ ਮੰਗੀ ਜਾਏਗੀ ਪਾਰਲੀਮੈਂਟ। ਅਸੀਂ ਇਹੀ ਸਾਰੇ ਜਿਹੜੀ ਹੈਗੀ ਐਕਸਪੈਕਟ ਕਰ ਰਹੇ ਸੀਗੇ। ਤੇ ਜਿੱਥੋਂ ਤੱਕ ਮੈਨੂੰ ਹੈਗਾ ਵਾ ਕਿ ਉਦੋਂ ਕਿਸੇ ਮੀਡੀਆ ਨੇ ਵੀ ਕੁਛ ਨਹੀਂ ਮਾਫੀ ਦੀ ਗੱਲ ਕੀਤੀ ਸੀ, ਜਿਹੜੇ ਲੋਕ ਜਿਹੜੇ ਬੈਠੇ ਸੀਗੇ ਉਹ ਵੀ ਇਹੀ ਐਕਸਪੈਕਟ ਕਰ ਰਹੇ ਸੀਗੇ। ਤੇ ਮਾਫੀ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ, ਨਾ ਕਦੇ ਮੀਡੀਆ 'ਚ ਕੋਈ ਚੱਲੀ ਸੀ ਵੀ ਇੰਨਾ ਪਤਾ ਸੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ। ਪਰ ਅਸੀਂ ਸਾਰੇ ਇਹੀ ਸੋਚ ਰਹੇ ਸੀ ਕਿ ਵੀ ਅਫਕੋਰਸ ਟਾਈਮ ਲਾਈਨ ਦਿੱਤੀ ਜਾਊਗੀ ਵੀ ਇੰਨੀ ਤਰੀਕ ਨੂੰ ਮਾਫੀ ਉੱਥੇ ਮੰਗੀ ਜਾਣੀ ਆ। ਪਰ ਜਿਹੜੀ ਮਾਫੀ ਆ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਮੰਗ ਲਈ ਹੈਗੀ ਆ ਤੇ ਉਹ ਚਲੋ ਬਹੁਤ ਵਧੀਆ ਕੰਮ ਕੀਤਾ ਹੈਗਾ, ਚਲੋ ਅਪੋਲੋਜਾਈਜ਼ ਕੀਤਾ ਹੈਗਾ ਵਾ। ਪਰ ਉਹਦੇ 'ਚ ਜਿਹੜੇ ਲੋਕ ਸੀਗੇ ਉਹ ਚਾਹੁੰਦੇ ਸੀਗੇ ਕਿ ਜਿਹੜੀ ਮਾਫੀ ਪਾਰਲੀਮੈਂਟ 'ਚ ਮੰਗੀ ਜਾਵੇ ਤੇ ਉਹ ਫਿਰ ਅੱਜ ਵੀ ਉਹੀ ਲੋਕ ਜਿਹੜੇ ਹੈਗੇ ਆ ਵੀ ਮੰਗ ਕਰਦੇ ਹੈਗੇ ਨੇ ਵੀ ਚੰਗਾ ਕਿੰਨਾ ਚੰਗਾ ਹੁੰਦਾ ਵੀ ਜੇ ਮਾਫੀ ਜੇ ਉੱਥੇ ਜਿਵੇਂ ਬਾਕੀ ਭਾਈਚਾਰੇ ਤੋਂ, ਚਾਈਨੀਜ਼ ਤੋਂ, ਜਾਪਨੀਜ਼ ਤੋਂ, ਨੇਟਿਵ ਤੋਂ ਉੱਥੇ ਮੰਗੀ ਜਾਂਦੀ ਤਾਂ ਹੋਰ ਵੀ ਜ਼ਿਆਦਾ ਵਧੀਆ ਹੋਣਾ ਸੀਗਾ। ਜਿਵੇਂ BC ਲੈਜਿਸਲੇਚਰ ਵਿੱਚ BC ਦੀ ਜਿਹੜੀ ਹੈਗੀ ਆ ਸਰਕਾਰ ਨੇ ਮਾਫੀ ਮੰਗੀ ਹੈਗੀ ਆ ਤੇ ਸਾਰਿਆਂ ਨੇ ਬੜੇ ਖੁਸ਼ ਹੋ ਕੇ ਐਕਸੈਪਟ ਕੀਤਾ ਸੀਗਾ ਉਸ ਨੂੰ। ਪਰ ਉਹ ਜੋ ਵੀ ਮਾਹੌਲ ਬਣਿਆ ਉਹਦੇ ਵਿੱਚ ਕਿਉਂ ਇਹ ਹੋਇਆ ਇਸ ਦਾ ਅਜੇ ਵੀ ਕੁਝ ਪਤਾ ਨਹੀਂ ਕਿ ਕਿਹੜੇ ਲੋਕਾਂ ਨੇ ਜਾਂ ਕਿਹੜੀਆਂ ਸੰਸਥਾਵਾਂ ਨੇ ਗੇਮ ਖੇਡੀ, ਪਰ ਉਸ ਨਾਲ ਇੱਕ ਤਰ੍ਹਾਂ ਦਾ ਇਹ ਹਾਸੋਹੀਣੀ ਗੱਲ ਬਣ ਗਈ ਬਜਾਏ ਕਿ ਇੱਕ ਬੜਾ ਇੱਕ ਸੌਂਬਰ ਅਫੇਅਰ ਹੈਗਾ ਸੀ ਜਿਹੜਾ ਕਿ ਚੰਗੇ ਤਰੀਕੇ ਨਾਲ ਡੀਲ ਕੀਤਾ ਜਾਂਦਾ ਸੀ। ਲੇਕਿਨ ਬਹਰਹਾਲ ਹੁਣ ਸਵਾਲ ਇਹ ਖੜਾ ਹੁੰਦਾ ਹੈਗਾ ਕਿ ਪਰਿਵਾਰ ਵਾਲੇ ਜਿਹੜੇ ਹੈਗੇ ਨੇ 100 ਸਾਲ ਦਾ ਸਫ਼ਰ ਜੋ ਹੋਇਆ, ਜਿਸ ਤਰੀਕੇ ਨਾਲ ਸੈਲੀਬ੍ਰੇਸ਼ਨਸ ਹੋਈਆਂ ਅਸੀਂ ਦੇਖਿਆ, ਕਿਉਂਕਿ 23 ਜੁਲਾਈ ਨੂੰ ਜਦੋਂ ਇਹ ਜਹਾਜ਼ ਵਾਪਸ ਗਿਆ ਤੇ ਮਈ ਦੇ ਵਿੱਚ ਜਦੋਂ ਇੱਥੇ ਆਇਆ ਸੀ, 2 ਮਹੀਨੇ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮਸ ਹੋਏ, ਐਗਜ਼ੀਬਿਸ਼ਨਸ ਹੋਈਆਂ, ਹਰ ਇੱਕ ਨੇ ਕੋਸ਼ਿਸ਼ ਕੀਤੀ ਕਿ ਇਸ ਨੂੰ ਹੋਰ ਉਜਾਗਰ ਕੀਤਾ ਜਾਵੇ। ਕੀ ਇਨਫ ਸੀ? ਹੁਣ ਜਦੋਂ 100 ਸਾਲਾ ਮਨਾਇਆ ਗਿਆ ਜਾਂ ਆਪਣਾ ਜਾ ਰਿਹਾ ਹੈਗਾ ਵਾ, ਇਹਦੇ ਵਿੱਚ ਇੱਕ ਗੱਲ ਤਾਂ ਮੈਂ ਜ਼ਰੂਰ ਕਹਾਂਗਾ ਕਿ ਜੋ ਆਪਣੇ ਨਵੀਨ ਗਿਰਨ ਜਿਹੜੇ ਹੈਗੇ ਨੇ ਕਾਫੀ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਉਹਨਾਂ ਨੇ ਮਿਊਜ਼ੀਅਮ ਵਿੱਚ ਜਿਵੇਂ ਇੱਕ ਆਪਣੇ ਲਾਈਆਂ ਨੇ, ਉਹਨਾਂ ਨੇ ਪਰਿਵਾਰਾਂ ਦੀ ਵੀ ਇੰਟਰਵਿਊਸ ਲਈਆਂ ਨੇ ਕਿਉਂਕਿ ਫਸਟ ਹੈਂਡ ਇਨਫੋਰਮੇਸ਼ਨ ਸੀ, ਹੋਰ ਵੀ ਉਹਨਾਂ ਨੇ ਜਿਹੜੇ ਸਕਾਲਰ ਸੀ ਉਹਨਾਂ ਦੀ ਇਨਫੋਰਮੇਸ਼ਨ ਲਈਆਂ ਨੇ। ਇਹ ਬੜਾ ਵਧੀਆ ਸਲਾਨਾ ਜੋ ਕਦਮ ਸੀਗਾ। ਤੇ ਜਿਹੜੇ ਯੂਥ ਨੂੰ ਮੂਹਰੇ ਲਿਆਉਣ ਦੀ ਜ਼ਰੂਰਤ ਹੈਗੀ ਆ ਕਿ ਜਦੋਂ ਯੂਥ ਮੂਹਰੇ ਆਏਗਾ ਤੇ ਉਹ ਅਫਕੋਰਸ ਜਿਹੜੀ ਆਉਣ ਵਾਲੀ ਪਨੀਰੀ ਆ ਜਿਹੜੀ ਉਹ ਨਾਲ ਜੁੜੇਗੀ। ਇਹ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ, ਮੈਂ ਖਾਸ ਕਰਕੇ ਬਹੁਤ ਜ਼ਿਆਦਾ ਪਸੰਦ ਕੀਤਾ। ਬਾਕੀ ਹੋਰ ਵੀ ਆਪੋ ਆਪਣਾ ਜਿਹੜਾ ਰੋਲ ਅਦਾ ਕੀਤਾ ਹੈਗਾ ਵਾ, ਪਰ ਹਜੇ ਉਨੀ ਪੱਧਰ ਤੇ ਨਹੀਂ ਹੋਇਆ ਜਿੰਨੀ ਤੇ ਹੋਣਾ ਚਾਹੀਦਾ ਸੀਗਾ। ਇਸ ਦੇ ਬਾਰੇ ਗੱਲ ਕਰਦੇ ਹਾਂ ਜੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ।
ਹੈਲਥ ਕੇਅਰ ਅਸਿਸਟੈਂਟ ਵਜੋਂ ਆਪਣਾ ਕੈਰੀਅਰ ਐਸਟੈਬਲਿਸ਼ ਕਰਕੇ ਚੰਗੀ ਤਨਖਾਹ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਵੈਸਟਰਨ ਕਮਿਊਨਿਟੀ ਕਾਲਜ ਪਹੁੰਚੋ। ਬਹੁਤ ਹੀ ਘੱਟ ਟਿਊਸ਼ਨ ਫੀਸ ਅਤੇ ਈਜ਼ੀ ਇੰਸਟਾਲਮੈਂਟਸ ਨਾਲ ਤੁਸੀਂ ਫੁੱਲ ਟਾਈਮ, ਪਾਰਟ ਟਾਈਮ ਜਾਂ ਈਵਨਿੰਗ ਕੋਰਸਸ ਜੁਆਇਨ ਕਰ ਸਕਦੇ ਹੋ। ਮੁਫਤ ਇੰਗਲਿਸ਼ ਕਲਾਸਿਸ ਨਾਲ ਐਬਟਸਫੋਰਡ ਤੋਂ ਮੁਫਤ ਰਾਈਡ ਦਾ ਵੀ ਪ੍ਰਬੰਧ ਹੈ। ਹਫਤੇ ਦੇ 7 ਦਿਨ ਖੁੱਲੇ ਇਸ ਗਵਰਨਮੈਂਟ ਰਜਿਸਟਰਡ ਕਾਲਜ ਵਿੱਚ ਕਲੀਨਿਕਲ ਵਰਕ ਅਤੇ ਪ੍ਰੈਕਟੀਕਮ ਲਈ ਸਪੈਸ਼ਲ ਲੈਬਸ ਹਨ। ਆਈਲੈਟਸ, ਅਕਾਊਂਟਿੰਗ ਅਤੇ ਬਿਜ਼ਨਸ ਮੈਨੇਜਮੈਂਟ ਕੋਰਸ ਵੀ ਕਰਵਾਉਂਦੇ ਹਨ। ਕਮ ਐਂਡ ਐਕਸਪੀਰੀਅੰਸ ਦ ਡਿਫਰੈਂਸ। ਵੈਸਟਰਨ ਕਮਿਊਨਿਟੀ ਕਾਲਜ 6045943500। ਸੌ ਸਾਲ ਦਾ ਸਮਾਂ ਜੋ ਬੀਤਿਆ ਹੈ, ਜਿਸ ਵਿੱਚ ਕਿ ਕਾਮਾਗਾਟਾ ਮਾਰੂ ਜਹਾਜ਼ 1914 ਵਿੱਚ ਆਇਆ ਸੀ ਤੇ ਅੱਜ 2014 ਵਿੱਚ ਅਸੀਂ ਇਸ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਵਿੱਚ ਕੀ ਉਪਲਬਧੀਆਂ ਹੋਈਆਂ ਇਤਿਹਾਸਕ ਪੱਖ ਤੋਂ ਅਤੇ ਨਾਲ ਕਮਿਊਨਿਟੀ ਲੈਵਲ ਵਿੱਚ ਜੋ ਕੁਝ ਹੋਇਆ, ਉਸ ਤੋਂ ਤੁਹਾਨੂੰ ਰਾਜ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਸਮਝਦੇ ਨੇ ਕੀ ਹੋਇਆ, ਕੀ ਨਹੀਂ ਹੋਣਾ ਚਾਹੀਦਾ ਸੀ ਤੇ ਹੁਣ ਅੱਗੇ ਫਰਦਰ ਕੀ ਹੋਣਾ ਚਾਹੀਦਾ ਹੈ। ਆਓ ਇਸੇ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ। ਸੋ ਹੁਣ ਸਮਾਂ ਮੰਗ ਇਹ ਕਰਦਾ ਹੈ ਜੀ ਕਿ ਕੀ ਅਸੀਂ ਸਿਰਫ ਇਤਿਹਾਸ ਨੂੰ ਹੀ ਦੁਹਰਾਉਂਦੇ ਰਵਾਂਗੇ ਜਾਂ ਇਸ ਵਿੱਚੋਂ ਕੋਈ ਸਬਕ ਸਿੱਖ ਕੇ ਅੱਗੇ ਫਰਦਰ ਕੁਝ ਨਾ ਕੁਝ ਕਰਾਂਗੇ? ਕੀ ਸਮਝਦੇ ਹੋ ਤੁਸੀਂ ਇਸ ਬਾਰੇ? ਹਾਂਜੀ, ਇਸ ਮੈਂ ਇਹ ਗੱਲ ਤਾਂ ਕਹਾਂਗਾ ਕਿ ਜਿਹੜਾ ਮੀਡੀਆ ਹੈਗਾ ਵਾ, ਜਿਸ ਵਿੱਚ ਥੋੜਾ ਮੀਡੀਆ ਹੈਗਾ ਵਾ ਤੇ ਬਾਕੀ ਓਮਨੀ ਨਿਊਜ਼ ਨੇ ਵੀ ਡਾਕੂਮੈਂਟਰੀ ਤਿਆਰ ਕੀਤੀ ਹੈਗੀ ਆ, ਸੋ ਬਹੁਤ ਵਧੀਆ ਰੋਲ ਅਦਾ ਕਰ ਰਹੇ ਨੇ। ਇਸ ਕੋਈ ਦੋ ਵਾਰ ਨਹੀਂ, ਸਾਡਾ ਮੀਡੀਆ ਵੱਲੋਂ ਤਾਂ ਮੈਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਰਾਈਟ ਵੀ ਅਫਸੋਸ ਨਹੀਂ ਹੈਗਾ। ਸੋ ਮੀਡੀਆ ਆਪਦੀ ਜਿਹੜੀ ਜੌਬ ਪੂਰੀ ਕਰ ਰਿਹਾ ਹੈਗਾ ਵਾ, ਪਰ ਉਹਦੇ ਵਿੱਚ ਜਿਹੜੀ ਸੰਸਥਾਵਾਂ ਨੇ ਉਹ ਅਲੱਗ-ਅਲੱਗ ਇਕੱਠੇ ਹੋ ਕੇ ਕਦੇ ਪ੍ਰੋਗਰਾਮ ਨਹੀਂ ਮੈਂ ਉਹ ਕਰਦੀਆਂ ਦੇਖੇ। ਇਸ ਗੱਲ ਦਾ ਮੈਨੂੰ ਜ਼ਰੂਰ ਹੈਗਾ ਵਾ ਵੀ ਅਲੱਗ-ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਹੈਗੇ ਨੇ ਤੇ ਚਾਹੇ ਕਾਮਨ ਅੰਡਰ ਵਨ ਪਲੇਟਫਾਰਮ ਜੇ ਹੁੰਦਾ ਤਾਂ ਹੋਰ ਦਾ ਇੰਪੈਕਟ ਨਹੀਂ। ਹਾਂਜੀ, ਉਹ ਬਹੁਤ ਜ਼ਿਆਦਾ ਪੈਣਾ ਸੀ। ਜਿਵੇਂ ਹੁਣ ਸਰੀ ਵਿੱਚ ਹੀ ਚਲੋ ਪ੍ਰੋਗਰਾਮ ਜੇ ਕੋਈ ਕਰ ਰਹੀ ਆ, ਉਹਦੇ ਵਿੱਚ ਵੀ ਜਿਵੇਂ ਇਕੱਠੇ ਹੋ ਕੇ ਨਹੀਂ ਪ੍ਰੋਗਰਾਮ ਹੁੰਦੇ ਆ, ਇੱਕੋ ਦਿਨ ਤੇ ਦੋ ਤੋਂ ਤਿੰਨ ਜਗ੍ਹਾ ਪ੍ਰੋਗਰਾਮ ਕਰ ਰਹੇ ਹੈਗੇ ਨੇ। ਜੇ ਬੈਟਰ ਹੁੰਦਾ ਵੀ ਜੇ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਜੇ ਪ੍ਰੋਗਰਾਮ ਕਰਦੀਆਂ, ਹੋਰ ਵੀ ਜ਼ਿਆਦਾ ਇੰਪੈਕਟ ਪੈ ਸਕਦਾ ਹੈਗਾ ਵਾ। ਤੇ ਬਾਕੀ ਜਿਵੇਂ ਜਿਹੜੇ ਗਦਰੀ ਜਿਹੜੇ ਬਾਬੇ ਜੇ ਸੀਗੇ ਆਪਣੇ ਬਜ਼ੁਰਗ ਸਨ, ਇਹ ਕਦੇ ਵੀ ਇਸ ਤਰ੍ਹਾਂ ਮੈਂ ਦੇਖਿਆ ਨਹੀਂ, ਉਹ ਬੜੇ ਯੂਨਿਟੀ ਨਾਲ ਕੰਮ ਕਰਦੇ ਸਨ। ਭਾਵੇਂ ਆਪਣੇ ਡਿਫਰੈਂਸਿਸ ਸੀ, ਪਰ ਜਦੋਂ ਕਮਿਊਨਿਟੀ ਦੀ ਮੁੱਦਾ ਆਉਂਦਾ ਇਕੱਠੇ ਹੋ ਜਾਂਦੇ। ਹਾਂ, ਜਦੋਂ ਕਮਿਊਨਿਟੀ ਚਾਹੇ ਜਿੰਨੇ ਮਰਜ਼ੀ ਲੱਖ ਡਿਫਰੈਂਸ ਹੋਣ ਤੇ ਚਾਹੇ ਉਹ ਕੋਈ ਰੱਬ ਨੂੰ ਮੰਨਦਾ, ਕੋਈ ਨਹੀਂ ਮੰਨਦਾ, ਤੇ ਚਾਹੇ ਕੋਈ ਡਿਫਰੈਂਟ ਧਰਮਾਂ ਦੇ ਸਨ, ਪਰ ਜਦੋਂ ਕਮਿਊਨਿਟੀ ਦਾ ਇਸ਼ੂ ਹੁੰਦਾ ਸੀ, ਸਾਊਥ ਏਸ਼ੀਅਨ ਕਮਿਊਨਿਟੀ ਦਾ ਇਸ਼ੂ ਹੁੰਦਾ ਸੀ, ਉਦੋਂ ਇਕੱਠੇ ਹੋ ਜਾਂਦੇ ਸਨ। ਤੇ ਅੱਜ ਵੀ ਜੇ ਆਪਾਂ ਉਹਨਾਂ ਬਜ਼ੁਰਗਾਂ ਤੋਂ ਸੇਧ ਲਈਏ ਤੇ ਅੱਜ ਵੀ ਜੇ ਆਪਣਾ ਜੇ ਕਮਿਊਨਿਟੀ ਜਿਹੜੇ ਹੈਗੀਆਂ ਲੀਡ ਕਰ ਰਹੀਆਂ ਨੇ, ਚਾਹੇ ਉਹ ਗੁਰਦੁਆਰਾ ਕਮੇਟੀਆਂ ਹੈਗੀਆਂ ਨੇ ਜਾਂ ਪੋਲੀਟੀਸ਼ੀਅਨ ਹੈਗੇ ਨੇ, ਜੇ ਉਹ ਇਕੱਠੇ ਹੋ ਕੇ ਕਮਿਊਨਿਟੀ ਨੂੰ ਇਕੱਠਾ ਕਰਨ ਤੇ ਇਕੱਠੇ ਹੋ ਕੇ ਪ੍ਰੋਗਰਾਮ ਕਰਨ, ਇਕੱਠੇ ਹੋ ਕੇ ਕੋਈ ਗੱਲਬਾਤ ਕਰਨ, ਤਾਂ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਕਿ ਜਿਹੜਾ ਕਿ ਨਾ ਪੂਰਾ ਹੋ ਸਕੇ। ਰਾਜ, ਇੱਥੇ ਗੱਲ ਆਉਂਦੀ ਹੈ ਕਿ ਪਰਿਵਾਰ ਵਾਲਿਆਂ ਨੇ ਕੋਸ਼ਿਸ਼ ਕੀਤੀ ਦਬਾਅ ਪਾਉਣ ਦੀ, ਕਿਉਂਕਿ ਸੰਸਥਾਵਾਂ ਤਾਂ ਆਪਣਾ ਬਿਊਗਲ ਵਜਾ ਰਹੀਆਂ ਨੇ, ਬਾਂਸਰੀ ਆਪਣੀ ਵਜਾ ਰਹੀਆਂ ਨੇ, ਕਿ ਪਰਿਵਾਰਾਂ ਨੇ ਕੋਸ਼ਿਸ਼ ਕੀਤੀ ਕਿ ਐਟਲੀਸਟ ਯਾਰ ਸਾਡੇ ਕਰਕੇ, ਅਸੀਂ ਪਰਿਵਾਰ ਵਾਲੇ ਮੇਨ ਤਾਂ ਅਸੀਂ ਹਾਂ ਜਿਨ੍ਹਾਂ ਨਾਲ ਇਹ ਹੋਇਆ, ਅਸੀਂ ਇਹ ਚਾਹੁੰਦੇ ਹਾਂ ਕਿ ਸਾਰੇ ਇਕੱਠੇ ਹੋਣ। ਕੀ ਐਸੀ ਕਦੀ ਕੋਈ ਕੋਸ਼ਿਸ਼ ਹੋਈ? ਦੇਖੋ, ਪਰਿਵਾਰਾਂ ਨੂੰ ਅਸੀਂ ਕੋਸ਼ਿਸ਼ ਬਹੁਤ ਜ਼ਿਆਦਾ ਕੀਤੀ ਹੈਗੀ ਹੈ। ਤੁਸੀਂ ਮੈਨੂੰ ਦੇਖਿਆ ਹੈਗਾ, ਚਾਹੇ ਕਿਸੇ ਦਾ ਮਰਜ਼ੀ ਪ੍ਰੋਗਰਾਮ ਹੈ, ਮੈਂ ਉੱਥੇ ਹੋਣਾ। ਹੁਣ ਮੇਰੇ ਵੱਲੋਂ ਕਿਸੇ ਦੇ ਰਾਈਟ ਕੋਈ ਮਰਜ਼ੀ ਕਰੇ ਤੇ ਮੈਂ ਕਿਸੇ ਧੜੇ ਨਾਲ ਨਹੀਂ ਜੁੜਿਆ ਹੈਗਾ, ਤੇ ਜਿਹੜਾ ਵੀ ਸਾਨੂੰ ਪਿਆਰ ਨਾਲ ਸਾਦਾ ਹੀ ਜਾਣੇ ਆ। ਪਰ ਫਿਰ ਵੀ ਮੇਰੇ ਮਨ 'ਚ ਇੱਕ ਗੱਲ ਦਾ ਜ਼ਰੂਰ ਹੈਗਾ ਕਿ ਪਰਿਵਾਰਾਂ ਨੂੰ ਜਿਹੜੀਆਂ ਸੰਸਥਾਵਾਂ ਵੱਲੋਂ ਇਗਨੋਰ ਕੀਤਾ ਜਾਂਦਾ ਹੈਗਾ, ਪਰਿਵਾਰਾਂ ਦੀ ਗੱਲ ਨਹੀਂ ਸੁਣੀ ਜਾਂਦੀ। ਤੇ ਜੇ ਅਸੀਂ ਕੁਝ ਕਹਿੰਦੇ ਵੀ ਹਾਂ ਤਾਂ ਮਤਲਬ ਪਰਿਵਾਰਾਂ ਦੀ ਗੱਲ ਜੇ ਸੁਣੀ ਜਾਵੇ ਤਾਂ ਬਹੁਤ ਵਧੀਆ ਗੱਲ ਹੈਗੀ। ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਵੀ ਤੁਸੀਂ ਇਕੱਠੇ ਹੋ ਕੇ ਪ੍ਰੋਗਰਾਮ ਕਰੋ, ਪਰ ਕੋਈ ਜੇ ਹੁਣ ਸੁਣਨ ਲਈ ਨਹੀਂ ਤਿਆਰ ਹੋਣ, ਦੱਸੋ ਉੱਥੇ ਪਰਿਵਾਰ ਕੀ ਕਰ ਸਕਦੇ ਹੈਗੇ। ਸਰਕਾਰ ਦੀ ਜੇ ਗੱਲ ਕਰੀਏ ਤਾਂ ਖਾਸ ਤੌਰ 'ਤੇ ਇੱਕ ਬੜਾ ਵੱਡਾ ਲੈਂਡਮਾਰਕ ਮਾਈਲਸਟੋਨ ਹੋਇਆ ਕਿ 100 ਸਾਲ ਦੇ ਸਮਰਪਿਤ ਇੱਕ ਸਟੈਂਪ ਕੱਢੀ ਗਈ, ਜਿਸ ਵਿੱਚ ਕਿ ਇਹ ਦੁਨੀਆ ਭਰ ਵਿੱਚ ਇਹ ਗੱਲ ਚਰਚਿਤ ਹੋਈ ਕਿ ਕੈਨੇਡਾ ਵਿੱਚ ਜਿਹੜੀ ਸਟੈਂਪ ਹੈਗੀ ਸੀ, ਉਸਨੇ ਇਹ ਦੱਸਿਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਕਿਉਂਕਿ ਇਹ ਸਟੈਂਪਸ ਗਈਆਂ ਸੀ। ਉਹਦੇ ਮੁਤਲਕ ਤੁਹਾਡੇ ਕੀ ਵਿਚਾਰ ਨੇ? ਇਸ ਗੱਲੋਂ ਮੈਂ ਜ਼ਰੂਰ ਧੰਨਵਾਦ ਕਰਦਾ ਹੈਗਾ ਮੈਂ, ਕਿਉਂਕਿ ਜਿਹੜੇ ਪਰਿਵਾਰ ਹੈਗੇ ਨੇ ਇਹ ਪੋਲੀਟੀਕਲ ਨਹੀਂ ਹੈਗੇ। ਸਾਡੇ ਲਈ ਇਹ ਚਾਹੇ NDP ਆ, ਚਾਹੇ ਲਿਬਰਲ ਆ, ਚਾਹੇ ਕੰਜ਼ਰਵੇਟਿਵ, ਸੇਮ ਨੇ। ਕੋਈ ਵੀ ਚੰਗਾ ਕੰਮ ਕਰਦਾ ਅਸੀਂ ਤਾਂ ਉਹਦਾ ਧੰਨਵਾਦ ਕਰਨਾ ਹੀ ਕਰਨਾ ਹੈਗਾ। ਸੋ ਇਸ ਗੱਲੋਂ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹੈਗੇ ਆ ਕਿ ਇਹ ਇੱਕ ਬਹੁਤ ਵਧੀਆ ਗੱਲ ਹੈਗੀ ਆ ਕਿ 100 ਸਾਲਾਂ ਤੇ ਉਹਨਾਂ ਨੇ ਇਹ ਜਿਹੜੀ ਹੈਗੀ ਸਟੈਂਪ ਜਾਰੀ ਕੀਤੀ ਹੈਗੀ ਆ। ਹੁਣ ਕੀ ਫਰਦਰ ਕੀ ਤੁਸੀਂ ਚਾਹੁੰਦੇ ਹੈਗੇ ਹੋ, ਪਰਿਵਾਰ ਵਾਲੇ ਕੀ ਚਾਹੁੰਦੇ ਹੋ? ਕਿਉਂਕਿ ਜਿਸ
ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਇਤਿਹਾਸ ਦਾ ਸੁਨਹਿਰਾ ਹੈ ਸਾਡਾ, ਜਿਸ ਤੋਂ ਅਸੀਂ ਜਾਣੂ ਹੋ ਗਏ, ਪਰ ਅਜੇ ਵੀ ਅਸੀਂ ਆਪਣੇ ਭਾਈਚਾਰੇ 'ਚ ਹੀ ਆਪਣੇ ਬੱਚਿਆਂ ਨੂੰ, ਕਈਆਂ ਨੂੰ ਨਹੀਂ ਦੱਸ ਸਕੇ। ਹਾਂ, ਜਦੋਂ ਇਹ ਫੰਕਸ਼ਨਸ ਹੁੰਦੇ ਨੇ ਅਸੀਂ ਵੀ ਦੇਖਦੇ ਹਾਂ ਕਿੰਨਾ ਕੁ ਉੱਥੇ ਨੌਜਵਾਨ ਪਹੁੰਚਦਾ ਹੈਗਾ। ਸੋ ਮੇਨ ਗੱਲ ਤਾਂ ਹੈ ਕਿ ਇਹ ਜਿਹੜਾ ਮੈਸੇਜ ਸੀ ਇਹ ਨੌਜਵਾਨਾਂ ਤੱਕ ਪਹੁੰਚ ਸਕਦਾ। ਅੱਜ ਕਿੰਨਾ ਕੁ ਛੋਟੇ ਬੱਚਿਆਂ ਨੂੰ ਕੁਝ ਪਤਾ ਹੈ। ਇਸ ਪ੍ਰਤੀ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਕਾਮਾਗਾਟਾ ਮਾਰੂ ਹੈਰੀਟੇਜ ਫਾਊਂਡੇਸ਼ਨ ਵੱਲੋਂ ਵੀ, ਕਿ ਕਿਤਾਬਾਂ ਰਾਹੀਂ ਹੋਰ ਕਮਿਊਨਿਟੀਜ਼ ਨੂੰ ਇਨਵੋਲਵ ਕਰਕੇ ਇਹ ਮੈਸੇਜ ਉੱਥੇ ਵੀ ਪਹੁੰਚੇ, ਆਪਣੇ ਵਾਲੇ ਪਾਸੇ ਵੀ ਪਹੁੰਚੇ। ਸੋ ਹੁਣ 100 ਸਾਲ ਮੁਕੰਮਲ ਹੋਣ ਤੋਂ ਬਾਅਦ ਫਰਦਰ ਕੀ ਕਰਨ ਦੀ ਲੋੜ ਹੈ, ਇਹਦੇ ਬਾਰੇ ਥੋੜ੍ਹਾ ਦੱਸੋ, ਕੀ ਕਰਨ ਦੀ ਸ਼ੁਰੂਆਤ ਕੀਤੀ ਜਾਵੇ? ਹਾਂਜੀ, ਇਹਦੇ ਵਿੱਚ ਮੈਂ ਕ੍ਰਿਸਟੀ ਕਲਾਰਕ ਜੀ ਨੇ ਅਨਾਉਂਸ ਕੀਤਾ ਸੀਗਾ BC ਲੈਜਿਸਲੇਚਰ ਬਿਲਡਿੰਗ ਵਿੱਚ ਜੀ, ਤੇ ਮੈਂ ਉਹਨਾਂ ਦਾ ਸਪੈਸ਼ਲ ਧੰਨਵਾਦ ਵੀ ਕੀਤਾ ਸੀਗਾ। ਤੇ ਮੈਂ ਫਿਰ ਰਿਕੁਐਸਟ ਕਰਦਾ ਉਹਨਾਂ ਨੂੰ ਕਿ ਉਹਨਾਂ ਨੇ ਆਖਿਆ ਸੀਗਾ ਵੀ ਜਿਹੜਾ ਕੋਈ ਵੀ ਇਤਿਹਾਸ ਆ, ਚਾਹੇ ਉਹ ਚਾਈਨਸ ਦਾ, ਚਾਹੇ ਉਹ ਆਪਣੇ ਕਾਮਾਗਾਟਾ ਮਾਰੂ ਦਾ, ਜਾਂ ਬਾਕੀ ਜਿਹੜੀਆਂ ਜਾਤੀਆਂ ਹੋਈਆਂ ਨੇ, ਜਿਵੇਂ ਪਹਿਲਾਂ ਆਪਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ, ਹੋਰ ਕਾਫੀ ਜਾਤੀਆਂ ਹੋਈਆਂ ਸੀਗੀਆਂ, ਇਹ ਸਾਰਾ ਦਾ ਸਾਰਾ ਇਤਿਹਾਸ ਅਸੀਂ BC ਦੇ ਆਪਣੇ ਕਰਿਕੂਲਮ ਵਿੱਚ ਪੜ੍ਹਾਵਾਂਗੇ। ਉਹ ਇਹ ਬਹੁਤ ਵਧੀਆ ਗੱਲ ਹੈਗੀ ਆ। ਇਸ ਗੱਲੋਂ ਮੈਂ ਕੱਲ੍ਹ ਵੀ ਜਦੋਂ ਸਪੀਚ ਦਿੱਤੀ ਸੀਗੀ, ਮੈਂ ਅੱਜ ਵੀ ਇਹਨਾਂ ਨੂੰ ਕਹਿ ਰਿਹਾ, ਮੈਂ ਫੈਡਰਲ ਗਵਰਨਮੈਂਟ ਨੂੰ ਜੀ ਰਿਕੁਐਸਟ ਕਰਦਾ ਵਾਂ ਤੇ BC ਦੀ ਗਵਰਨਮੈਂਟ ਰਿਕੁਐਸਟ ਕਰਦਾ ਵਾਂ ਵੀ ਤੁਹਾਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ। ਹਾਂ, ਤੁਸੀਂ ਆਪ ਜਿਹੜਾ ਹੈਗਾ ਵਾ ਵੀ ਜਿਹੜੀਆਂ ਸਕੂਲਾਂ, ਯੂਨੀਵਰਸਿਟੀਆਂ, ਮਿਊਜ਼ੀਅਮਸ ਨੂੰ ਪੈਸੇ ਦੇਵੋ, ਤੇ ਤਾਂ ਕਿ ਜਿਹੜਾ ਇਹ ਇਤਿਹਾਸ ਹੈਗਾ ਵਾ ਵੀ ਉਹ ਚੰਗੀ ਤਰ੍ਹਾਂ ਪੜ੍ਹਾਇਆ ਜਾ ਸਕੇ। ਜੀ ਸੁਰਾਜ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਪਣੇ ਭਾਈਚਾਰੇ ਵਿੱਚ ਜ਼ਰੂਰਤ ਹੈ ਕਿ ਥਰੂ ਐਜੂਕੇਸ਼ਨ ਸਰਕਾਰ ਇਹ ਕੋਸ਼ਿਸ਼ ਕਰੇ ਕਰਿਕੂਲਮ ਵਿੱਚ ਲਿਆਉਣ ਦੀ, ਪਰ ਜਿਸ ਤਰ੍ਹਾਂ ਬਾਕੀ ਭਾਈਚਾਰਿਆਂ ਵਿੱਚ ਵੀ ਇੱਕ ਬਹੁਤ ਵਧੀਆ ਇੱਕ ਮੈਸੇਜ ਭੇਜਿਆ ਗਿਆ, ਉਹਨਾਂ ਨੂੰ ਵੀ ਇਨਵੋਲਵ ਕੀਤਾ ਗਿਆ। ਨੇਟਿਵ ਆਪਣੇ ਜਿਹੜੇ ਲੋਕ ਹੈਗੇ ਨੇ, ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਮਈ ਦੇ ਵਿੱਚ ਫੰਕਸ਼ਨ ਹੋਇਆ ਸੀ, ਆਪਣੀ ਹੀ ਲੈਂਡ ਦੇ ਵਿੱਚ ਉਹਨਾਂ ਨੇ ਸਵਾਗਤ ਕੀਤਾ ਸੀ ਕਿ ਵੀ ਅਸੀਂ 100 ਸਾਲਾਂ ਬਾਅਦ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਇਹ ਜੋ ਹੋਇਆ ਇਹ ਗਲਤ ਸੀ। ਹੋਰ ਵੀ ਉਹਨਾਂ ਵੱਲੋਂ ਕੁਝ ਕੀਤਾ ਜਾ ਰਿਹਾ? ਹਾਂਜੀ, ਮੈਂ ਉਹਨਾਂ ਦੀਆਂ 2 ਮੀਟਿੰਗਾਂ ਪਿੱਛੇ ਅਟੈਂਡ ਕੀਤੀਆਂ ਨੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਵਾ। ਉਹਦੇ ਵਿੱਚ ਇੱਕ ਉਹਨੂੰ ਕਹਿੰਦੇ ਸਰਵਾਈਵਿੰਗ ਟੋਟਮ ਪੋਲ ਤਿਆਰ ਕੀਤਾ ਜਾ ਰਿਹਾ, ਜੋ ਕਿ ਮਿਡ ਸਤੰਬਰ ਦੇ ਵਿੱਚ ਬੈਂਕੋਰ ਵਿੱਚ ਲਾਇਆ ਜਾਏਗਾ। ਉਹ ਸਾਰੀਆਂ ਦੀ ਘੱਟ ਗਿਣਤੀ ਨੂੰ ਰਿਪਰੈਜ਼ੈਂਟ ਕਰੇਗਾ। ਤੇ ਉਹ ਮੀਟਿੰਗ ਵਿੱਚ ਮੈਂ ਹੀ ਆਪਣੇ ਸਾਊਥ ਈਸਟਰਨ ਕਮਿਊਨਿਟੀ ਵੱਲੋਂ ਗਿਆ ਸੀਗਾ। ਤੇ ਹੁਣ ਉਹ ਕਹਿੰਦੇ ਸੀਗੇ ਵੀ ਐਂਡ ਆਫ ਅਗਸਤ ਤੱਕ ਮੀਟਿੰਗ ਆਪਣੀ ਹੋਰ ਹੋਊਗੀ। ਟੋਟਮ ਪੋਲ ਆਲਰੇਡੀ ਤਿਆਰ ਹੈਗਾ, ਰੈਡੀ ਹੈਗਾ ਵਾ, ਵੀ ਤੁਸੀਂ ਦੱਸੋ ਵੀ ਤੁਸੀਂ ਵਿੱਚ ਕੀ ਆਪਦਾ ਕਰਨਾ ਚਾਹੁੰਦੇ ਆ। ਫਿਰ ਮੈਂ ਤਾਂ ਇਹ ਸੋਚਿਆ ਵੀ ਜਿਹੜੀ ਸਾਡੀ ਪਿਕਚਰਸ ਹੈਗੀ ਆ, ਜਿਹੜੀ ਕਾਮਾਗਾਟਾ ਮਾਰੂ ਦੀ ਜਿਹੜੀ ਖਿੱਚੀ ਗਈ ਸੀ, ਵੀ ਉਹ ਤੁਸੀਂ ਉਹ ਟੋਟਮ ਪੋਲ ਵਿੱਚ ਲਾਇਓ। ਤੇ ਉਹ ਐਗਰੀ ਹੋ ਗਏ ਨੇ, ਤੇ ਉਹ ਮੈਂ ਲੈ ਕੇ ਜਾਵਾਂਗਾ ਉੱਥੇ। ਤੇ ਉਹ ਜਿਹੜਾ ਇੱਕ ਦੇਖੋ, ਇਹ ਜਿਵੇਂ ਟੋਟਮ ਪੋਲ ਆ, ਇਹ ਇਕੱਲੇ ਆਪਣੇ ਸਾਰੀਆਂ ਜਿਹੜੀਆਂ ਆਪਣੇ ਘੱਟ ਗਿਣਤੀਆਂ ਨਾਲ ਜੋ ਧੱਕਾ ਹੋਇਆ ਵਾ, ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰੇਗਾ। ਇੱਕ ਜਗ੍ਹਾ ਤੇ ਤੁਹਾਨੂੰ ਸਾਰੇ ਜੋ ਵੀ ਇਤਿਹਾਸ ਦੀ ਇਨਫੋਰਮੇਸ਼ਨ ਮਿਲੇਗੀ, ਜੋ ਕਿ ਬਹੁਤ ਵਧੀਆ ਕਦਮ ਹੈਗਾ। ਬਹੁਤ ਖੂਬ ਜੀ, ਬਹੁਤ ਧੰਨਵਾਦ ਇਹ ਸਾਰੀ ਇਨਫੋਰਮੇਸ਼ਨ ਦੇਣ ਲਈ। ਤੇ ਆਸ ਕਰਦੇ ਹਾਂ ਕਿ ਇਹ ਪਰਿਵਾਰ ਜਿਹੜੇ ਜੁੜੇ ਹੋਏ ਸੀ ਕਾਮਾਗਾਟਾ ਮਾਰੂ ਜਹਾਜ਼ ਦੇ, ਉਹ ਸਾਡੇ ਬਜ਼ੁਰਗ ਜਿਨ੍ਹਾਂ ਨੇ ਕਿ ਜਦੋਜਹਿਦ ਕਰਕੇ ਸਾਨੂੰ ਅੱਜ ਜੋ ਕੁਝ ਅਸੀਂ ਆਨੰਦ ਮਾਣ ਰਹੇ ਉਸ ਲਈ ਜਦੋਜਹਿਦ ਕੀਤੀ, ਤੁਹਾਡੀ ਇਹ ਸੋਚ ਜਿਹੜੀ ਲੋਕਾਂ ਤੱਕ ਪਹੁੰਚੇ, ਸੰਸਥਾਵਾਂ ਤੱਕ ਪਹੁੰਚੇ, ਤਾਂ ਕਿ ਇਕੱਠੇ ਹੋ ਕੇ ਅਸੀਂ ਕੁਝ ਨਾ ਕੁਝ ਐਸਾ ਕਰ ਸਕੀਏ ਜਿਸ ਨਾਲ ਕਮਿਊਨਿਟੀ ਦਾ ਫਾਇਦਾ ਹੋ ਸਕੇ। ਧੰਨਵਾਦ ਐਂਡ ਬੈਸਟ ਵਿਸ਼ੇਸ।